ਹਾਲ ਹੀ ਦੇ ਵਿੱਚ G20 ਸਮਿਟ 'ਚ ਕਿਹਾ ਸੀਗਾ ਹੂ ਕੇਅਰਸ, ਬਾਅਦ 'ਚ ਉਹਨਾਂ ਨੇ ਕਹਿ ਦਿੱਤਾ ਸੀ ਮੇਬੀ ਇਟ ਵਾਸ ਨਾਟ ਅ ਗੁੱਡ ਚੋਇਸ ਆਫ ਵਰਡ, ਸੋ ਉਹਦੇ 'ਤੇ ਉਹਨਾਂ ਨੇ ਓਬਵੀਅਸਲੀ ਮਾਫੀ ਮੰਗ ਲਈ ਹੈ। ਲੇਕਿਨ ਹੁਣ ਲੱਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਨੇ ਉਹ ਅਗਲੇ ਹਫਤੇ US ਜਾਣਗੇ ਔਰ ਉੱਥੇ ਜਾ ਕੇ ਉਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਵੀ ਮੋਸਟ ਲਾਈਕਲੀ ਮੁਲਾਕਾਤ ਕਰਨਗੇ। ਕੈਨਡੀ ਸੈਂਟਰ ਦੇ ਵਿੱਚ FIFA ਦਾ ਡਰਾਅ ਅਨਾਊਂਸ ਕੀਤਾ ਜਾ ਰਿਹਾ। ਕੈਨੇਡਾ ਇਜ਼ ਵਨ ਆਫ ਦਾ ਹੋਸਟ ਐਟ ਦ FIFA ਟੂਰਨਾਮੈਂਟ ਜੋ ਅਗਲੇ ਸਾਲ ਵਰਲਡ ਕੱਪ ਸੌਕਰ ਹੋ ਰਿਹਾ। ਸੋ ਉਮੀਦ ਬਹੁਤ ਜ਼ਿਆਦਾ ਨਹੀਂ ਹੈ ਕਿ ਕੁਝ ਜ਼ਿਆਦਾ ਗੱਲਬਾਤ ਬਣੇਗੀ, ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅੱਜ ਇਹ ਸਵਾਲ ਜਦੋਂ ਪੁੱਛਿਆ ਗਿਆ ਤੇ ਅੱਜ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਣਾ ਨੇ ਕਿਹਾ ਕਿ ਜੋ ਕੁਝ ਵੀ ਉਹਨਾਂ ਦੀ ਰੀਸੈਂਟਲੀ ਥੋੜ੍ਹੀ ਬਹੁਤੀ ਵੀ ਗੱਲ ਹੋਈ ਹੈ, ਕਿਉਂਕਿ 23 ਅਕਤੂਬਰ ਦੇ ਡਿਨਰ ਤੋਂ ਬਾਅਦ ਕੁਝ ਜ਼ਿਆਦਾ ਗੱਲਬਾਤ ਨਹੀਂ ਹੋਈ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਔਰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ। तो ਜਦੋਂ ਪੱਤਰਕਾਰਾਂ ਨੂੰ ਬਾਰ-ਬਾਰ ਪ੍ਰੈਸ ਕਰ ਰਹੇ ਸੀ ਅੱਜ ਸਵੇਰੇ ਕਿ ਦੱਸੋ ਕੀ ਗੱਲ ਹੋਈ, ਤਾਂ ਉਹਨਾਂ ਨੇ ਕਹਿ ਦਿੱਤਾ ਕਿ ਇਟਸ ਨਾਟ ਨਿਊਜ਼ ਵਰਦੀ। ਉਹ ਦੇਖਦੇ ਹਾਂ ਹੁਣ ਅਗਲੇ ਹਫਤੇ ਕੀ ਹੋਏਗਾ, ਕੈਨੇਡਾ ਔਰ US ਦੇ ਵਿੱਚ ਕਿਆ ਦੁਬਾਰਾ ਤੋਂ ਟ੍ਰੇਡ ਟਾਕ ਸ਼ੁਰੂ ਹੋਣਗੇ ਨਹੀਂ। ਇਸ ਦਰਮਿਆਨ US ਔਰ ਸਾਊਥ ਅਫਰੀਕਾ ਦੇ ਵਿੱਚ ਵੀ ਲੜਾਈ ਬਹੁਤ ਵੱਧ ਗਈ ਹੈ। ਵੈਸੇ ਤਾਂ ਜਨਵਰੀ ਤੋਂ ਬਾਅਦ ਪਹਿਲੇ ਰਿਲੇਸ਼ਨਸ਼ਿਪ ਖਰਾਬ ਸੀਗੇ। G20 ਸਮਿਟ ਨੂੰ ਬਾਇਕਾਟ ਕੀਤਾ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ, ਔਰ ਜਿਹੜੇ ਉੱਥੇ ਉਹਨਾਂ ਦੇ ਐਲੀਗੇਸ਼ਨ ਆ ਉਹਨਾਂ ਦਾ ਕਿ ਜਿਹੜੇ ਉੱਥੇ ਵਾਈਟ ਫਾਰਮਰਸ ਨੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਜੈਨੋਸਾਈਡ ਤੱਕ ਦਾ ਉਹਨੇ ਵਰਡ ਯੂਜ਼ ਕੀਤਾ। ਹਾਲਾਂਕਿ ਸਾਊਥ ਅਫਰੀਕਾ ਇਹਨੂੰ ਲਗਾਤਾਰ ਡਿਨਾਈ ਕਰਦਾ ਰਿਹਾ। ਸਾਊਥ ਅਫਰੀਕਨ ਪ੍ਰੈਜ਼ੀਡੈਂਟ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਸਾਰੇ ਐਲੀਗੇਸ਼ਨ ਸਰਾਸਰ ਗਲਤ ਨੇ। ਔਰ ਜਦੋਂ ਇਹ G20 ਸਮਿਟ ਖਤਮ ਹੋਇਆ ਤੇ ਇੱਕ ਬਹੁਤ ਜੂਨੀਅਰ ਲੈਵਲ ਦੇ ਕਿਸੇ ਆਫੀਸ਼ੀਅਲ ਨੂੰ ਭੇਜ ਦਿੱਤਾ ਉੱਥੇ। ਸੋ ਸਾਊਥ ਅਫਰੀਕਾ ਨੇ ਕਿਹਾ ਕਿ ਵੀ ਆਰ ਨਾਟ ਗੋਇੰਗ ਟੂ ਪਾਸ ਔਨ ਦਾ ਬੈਟਨ ਟੂ ਦਿਸ ਗਾਏ, ਔਰ ਇਹ ਠੀਕ ਨਹੀਂ ਹੈ। ਉਹਦੇ ਜਵਾਬ ਦੇ ਵਿੱਚ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਕਹਿ ਦਿੱਤਾ ਕਿ ਅਸੀਂ ਸਾਊਥ ਅਫਰੀਕਾ ਨੂੰ ਅਗਲੇ ਸਾਲ ਹੋਣ ਵਾਲੇ G20 ਸਮਿਟ ਦੇ ਇਨਵਾਈਟ ਵੀ ਨਹੀਂ ਕਰਾਂਗੇ। ਔਰ ਉਹਨਾਂ ਨੇ ਨਾਲ ਕਿਹਾ ਵੀ ਕਿ ਇਟਸ ਗੋਇੰਗ ਟੂ ਹੈਪਨ ਇਨ ਦ ਬਿਊਟੀਫੁਲ ਸਿਟੀ ਆਫ ਮਿਆਮੀ, ਫਲੋਰੀਡਾ। ਔਰ ਸਾਊਥ ਅਫਰੀਕਾ ਨੇ ਕਿਹਾ ਕਿ ਬੜੀ ਖਰਾਬ ਗੱਲ ਹੈਗੀ ਹੈ। ਇਸ ਤੋਂ ਇਲਾਵਾ ਇੰਡੀਆ ਔਰ US ਦੇ ਬਾਰੇ ਦੱਸ ਦਈਏ ਕਿ ਇੰਡੀਆ ਨੇ ਹੋਰ ਅਨਾਊਂਸਮੈਂਟ ਕੀਤੀ ਹੈ ਕਿ ਦੇ ਆਰ ਗੋਇੰਗ ਟੂ ਬਾਏ ਮੋਰ ਵੈਪਨਸ, ਔਰ ਖਾਸ ਕਰ ਜਿਹੜੇ ਮਿਜ਼ਾਈਲਸ ਹੈਗੇ ਨੇ, ਜਿਹੜੇ ਕਿ ਤੁਸੀਂ ਮਿਜ਼ਾਈਲਸ ਜਿਹੜੇ ਆਪਣੇ ਮੋਢੇ ਤੋਂ ਲਾਂਚ ਕਰ ਸਕਦੇ ਹੋ, ਕਿਉਂਕਿ ਉਹ ਬੜਾ ਈਜ਼ੀ ਹੈ। ਉਹਨਾਂ ਦੇ ਜਿਹੜੇ ਮਿਜ਼ਾਈਲਸ ਇੰਡੀਆ ਹੁਣ US ਤੋਂ ਲਏਗਾ ਉਹਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਲਗਭਗ ਬੜੇ ਪ੍ਰੀਸਾਈਜ਼ ਟਾਰਗੇਟਸ ਉਹ ਹਿੱਟ ਕਰ ਸਕਦਾ, ਈਵਨ ਅਪ ਟੂ 2 ਮੀਟਰਸ ਟਾਰਗੇਟ ਜਿਹੜਾ ਉਹ ਹਿੱਟ ਕਰ ਸਕਦਾ। ਇੰਡੀਆ US ਤੋਂ ਹੁਣ ਕਾਫੀ ਜ਼ਿਆਦਾ ਹਥਿਆਰ ਲੈਣ ਲੱਗ ਪਿਆ। ਇਸ ਤੋਂ 20 ਸਾਲ ਪਹਿਲਾਂ ਜਾਈਏ ਤੇ ਅਸੀਂ ਨਿਊਜ਼ ਕਵਰ ਕਰਦੇ ਸੀਗੇ ਕਿ ਆਲਮੋਸਟ ਜ਼ੀਰੋ ਹੀ ਸੀਗਾ, ਜੇ ਮੈਂ ਦੇਖਾਂ ਧਿਆਨ ਦੇ ਨਾਲ ਕਿ ਕੋਈ ਅਸੀਂ ਉੱਥੋਂ ਹਥਿਆਰ ਲੈਂਦੇ ਸੀ ਕਿ ਨਹੀਂ ਲੈਂਦੇ ਸੀ। ਪਰ 1 ਬਿਲੀਅਨ 10 ਬਿਲੀਅਨ ਔਰ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਆਲਮੋਸਟ $20 ਬਿਲੀਅਨ ਦੇ ਹਥਿਆਰ ਅਸੀਂ ਹਰ ਸਾਲ ਹੁਣ US ਤੋਂ ਲੈ ਰਹੇ ਹਾਂ। ਹਜੇ ਵੀ ਮੇਜਰ ਸਪਲਾਇਰ ਤਾਂ ਨਹੀਂ ਹੈ, ਬਟ ਅਸੀਂ ਫਰਾਂਸ ਤੋਂ, ਰਸ਼ੀਆ ਤੋਂ, ਇਜ਼ਰਾਈਲ ਤੋਂ, ਹੋਰ ਕਈ ਕੰਟਰੀਜ਼ ਤੋਂ ਕਾਫੀ ਹਥਿਆਰ ਇਸ ਵੇਲੇ ਲੈ ਰਹੇ ਹਾਂ। ਬਟ ਕੁਇਕਲੀ ਜਿਹੜਾ ਤੁਸੀਂ ਅਗਲੀ ਗੱਲ ਕਹੀ ਹੈ ਪਾਈਪਲਾਈਨ ਦੀ, ਉਹ ਦੱਸ ਦੇਣਾ। ਫੋਰਨ ਪਾਲਿਸੀ ਜ਼ਿਆਦਾ ਸਮਝ ਲਾਂਗੇ ਕਿਉਂਕਿ ਮੈਨੂੰ ਪਤਾ ਮਹਿਮਾਨ ਬੈਠੇ ਨੇ, ਤਾਂ ਇਸ ਲਈ ਅੱਜ ਮੈਂ ਰੈਪ ਅਪ ਕਰ ਦੇਣਾ ਇੱਥੇ। ਪਾਈਪਲਾਈਨ ਦੀ ਜਿਸ ਪਰ ਗੱਲ ਹੈ, ਯੈਸ ਸਭ ਨੂੰ ਇੰਤਜ਼ਾਰ ਸੀਗਾ ਐਜ਼ ਐਕਸਪੈਕਟਡ। ਅੱਜ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਔਰ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ ਇਸ ਪਾਈਪਲਾਈਨ ਦੀ। ਔਰ ਇਹ ਜਿਹੜੀ ਪਾਈਪਲਾਈਨ ਹੈ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਅਲਬਰਟਾ ਦੇ ਵਿੱਚ ਗੱਲਬਾਤ ਚੱਲ ਰਹੀ ਸੀਗੀ ਸੈਪਰੇਟਿਜ਼ਮ ਦੀ, ਔਰ ਇਟ ਵਾਸ ਲਾਈਕ ਦ ਫੈਡਰਲ ਗਵਰਨਮੈਂਟ ਐਂਡ ਦ ਗਵਰਨਮੈਂਟ ਇਨ ਅਲਬਰਟਾ ਆਪਸ ਦੇ ਵਿੱਚ ਰਾਈਵਲਰੀ ਉਹਨਾਂ ਦੀ ਵੱਧਦੀ ਚਲੀ ਜਾ ਰਹੀ ਸੀਗੀ। ਔਰ ਅੱਜ ਨਵੀਂ ਨਹੀਂ ਗੱਲ, ਜਦੋਂ ਮੈਨੂੰ ਯਾਦ ਹੈ ਬੜੀ ਚੰਗੀ ਤਰ੍ਹਾਂ ਕਿ ਜਦੋਂ ਪ੍ਰੀਮੀਅਰ ਜੇਸਨ ਕੈਨੀ ਹੋਇਆ ਕਰਦੇ ਸੀ ਉਸ ਵੇਲੇ ਦੀ ਰਾਈਵਲਰੀ ਕਾਫੀ ਜ਼ਿਆਦਾ ਹੀਟਅਪ ਹੋ ਗਈ ਸੀ। ਲੇਕਿਨ ਅੱਜ ਜਦੋਂ ਕਿ ਡੀਲ ਹੋਈ ਹੈ, ਇਟਸ ਆਲਮੋਸਟ ਅ ਕੰਪਲੀਟ 180 ਡਿਗਰੀ ਟਰਨ ਅਰਾਊਂਡ ਜੋ ਪਹਿਲੇ ਹਾਲਾਤ ਸੀਗੇ। ਸੋ ਇਹ ਡੀਲ ਹੋ ਗਈ ਹੈ। ਔਰ ਲੇਕਿਨ ਇਹ ਕਦੋਂ ਸ਼ੁਰੂ ਹੋਏਗੀ ਪਾਈਪਲਾਈਨ ਜਿਹੜੀ ਅਸੀਂ ਗੱਲ ਕਰ ਰਹੇ ਹਾਂ? ਸਾਰੇ ਜਾਣਦੇ ਅਲਬਰਟਾ ਇਸ ਲੈਂਡਲੌਕਡ, ਸੋ ਉਹਦੇ ਕੋਲ ਦਿੱਕਤ ਹੈ। ਉਹ ਚਾਹੁੰਦਾ ਹੈ ਕਿ ਆਪਣੀ ਆਇਲ ਐਕਸਪੋਰਟ ਕਰਨ, ਪੈਸੇ ਬਣਨ, ਨੌਕਰੀਆਂ ਇਕੱਲੀਆਂ ਅਲਬਰਟਾ 'ਚ ਨਹੀਂ ਬਾਹਰ ਵੀ ਕ੍ਰੀਏਟ ਹੋਣਗੀਆਂ। ਲੇਕਿਨ ਇਹ ਜਿਹੜੀ ਪਾਈਪਲਾਈਨ ਦੀ ਸ਼ੁਰੂਆਤ 2020 ਅੱਜ ਮੈਂ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ, ਉਹ ਮੈਨੂੰ ਇੰਨੇ ਕੁ ਈਅਰ ਨਜ਼ਰ ਆਇਆ ਕਿ 2029 ਤੋਂ ਗੱਲ ਕੀਤੀ ਵਨ ਦ ਸ਼ਵਲਸ ਵਿਲ ਗੋ ਇਨ ਦ ਗਰਾਊਂਡ। ਸੋ 29 ਸ਼ੁਰੂ ਹੁੰਦੀ ਹੈ, 2030 ਹੁੰਦੀ ਹੈ। ਉਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਹਿੱਸਾ ਨਹੀਂ ਬਣਾਇਆ ਗਿਆ। ਔਰ ਨਾਲ ਹੀ ਹੁਣ ਕਹਿ ਰਹੇ ਕਿ ਅਸੀਂ BC ਨਾਲ ਵੀ ਗੱਲ ਕਰਾਂਗੇ। ਸੋ ਇਨਵਾਇਰਮੈਂਟ ਦੇ ਮੁੱਦੇ ਦੇ ਉੱਤੇ ਵੀ ਕਈ ਲੋਕ ਸਵਾਲ ਖੜੇ ਕਰ ਰਹੇ ਨੇ, ਇੰਡੀਜਨਸ ਕਮਿਊਨਿਟੀਜ਼ ਨਾਲ ਕਿਉਂ ਨਹੀਂ ਗੱਲਬਾਤ ਕੀਤੀ ਗਈ। ਸੋ ਮੇਬੀ ਦੇਰ ਵਿਲ ਬੀ ਲੋਟ ਆਫ ਲੀਗਲ ਚੈਲੰਜਸ ਐਜ਼ ਵੈਲ ਟੂ ਦਿਸ ਪਾਈਪਲਾਈਨ। ਮੈਂ ਰੈਪ ਅਪ ਕਰਦਾ। ਤੁਸੀਂ ਪੋਲੀਟੀਕਲ ਰੈਮੀਫਿਕੇਸ਼ਨ ਦੀ ਗੱਲ ਕੀਤੀ। ਅੱਜ ਸਵੇਰੇ ਮੈਂ ਜਦ ਰੇਡੀਓ ਸ਼ੋਅ ਕਰ ਰਿਹਾ ਸੀਗਾ ਅਤੇ ਮੈਂ ਤਕਰੀਬਨ 10 ਕੈਬਨਿਟ ਮਿਨਿਸਟਰਸ ਦੇ ਨਾਮ ਲਏ। ਮੈਂ ਯੂਜਲੀ ਲੈਂਦਾ ਨਹੀਂ, ਇੱਕ ਕਦੇ ਤੇ ਕਦੇ ਲੈਂਦਾ ਹੈ, ਬਟ ਇਟ ਵਾਜ਼ ਅ ਰੇਅਰ ਥਿੰਗ ਕਿ ਅੱਜ ਮੈਂ ਇੰਨੇ ਸਾਲਾਂ 'ਚ ਪਹਿਲੀ ਵਾਰੀ 10 ਕੈਬਨਿਟ ਮਿਨਿਸਟਰਸ ਦੇ ਨਾਮ ਲੈ ਕੇ ਅੱਜ ਸਵੇਰੇ ਰੇਡੀਓ ਸ਼ੋਅ 'ਤੇ ਕਿਹਾ ਸੀਗਾ ਕਿ ਇਹ ਕੁਛ ਕੰਮ ਨਹੀਂ ਕਰ ਰਹੇ ਆ, ਆਲਮੋਸਟ ਡੈਡਵੁੱਡ ਫਰੋਮ ਦ ਜਸਟਿਨ ਟਰੂਡੋ ਐਰਾ, ਔਰ ਇਹਨਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਜਲਦੀ ਤੋਂ ਜਲਦੀ। ਸੋ ਜਿਹੜੇ ਮੈਂ 10 ਨਾਮ ਲਏ ਸੀਗੇ, ਬਾਈ ਦ ਟਾਈਮ ਆਈ ਵਾਜ਼ ਹੈਵਿੰਗ ਲੇਟ ਲੰਚ ਅਤੇ ਮੈਂ ਦੇਖਿਆ ਕਿ ਸਟੀਫਨ ਗਿਬੋ ਜਿਹੜੇ ਨੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਉਹ 10 ਦੇ ਵਿੱਚੋਂ ਇੱਕ ਨਾਮ ਇਹਨਾਂ ਦਾ ਵੀ ਸੀਗਾ ਪਾਈਪਲਾਈਨ ਕਰਕੇ। ਪਾਈਪਲਾਈਨ ਉਹ ਤਾਂ ਗੱਲ ਕਹਿ ਰਿਹਾ, ਨਾਮ ਲੈ ਰਿਹਾ ਪਾਈਪਲਾਈਨ ਦਾ, ਬਟ ਸਾਨੂੰ ਸਭ ਨੂੰ ਪਤਾ ਹੈਗਾ ਹੈ ਕਿ ਉਹ ਜਸਟਿਨ ਟਰੂਡੋ ਸਾਹਿਬ ਦੇ ਐਰਾ ਦੇ ਜਿਹੜੇ ਕੈਬਨਿਟ ਮਿਨਿਸਟਰਸ ਨੇ 8-10
ਉਹ ਕੰਮ ਕਰ ਰਹੇ ਨਹੀਂ ਕਰ ਰਹੇ, ਕੰਪੀਟੈਂਟ ਹੈ ਕਿ ਨਹੀਂ, ਉਹ ਇੱਕ ਵੱਖਰੀ ਚੀਜ਼ ਹੈ। ਬਟ ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਉਹ ਸਾਰੇ ਕੈਬਨਿਟ ਮਿਨਿਸਟਰਸ ਜਿਹੜੇ ਨੇ, ਇੰਕਲੂਡਿੰਗ ਮੈਲਨੀ ਜੋਲੀ, ਜਿਹੜੇ ਕਿ ਮਨਾ ਕਰ ਰਹੇ ਨੇ। ਮੀਡੀਆ 'ਚ ਖਬਰ ਆ ਰਹੀ ਹੈ, ਅਸੀਂ ਵੀ ਕਹਿ ਰਹੇ ਹਾਂ ਕਿ ਸ਼ਾਇਦ ਉਹਨਾਂ ਨੂੰ ਫਰਾਂਸ ਭੇਜ ਦਿੱਤਾ ਜਾਏ, ਬਟ ਸ਼ੀ ਇਜ਼ ਰਿਫਿਊਜ਼ਿੰਗ। ਉਹ ਕਹਿੰਦੀ ਮੈਂ ਨਹੀਂ ਜਾਣਾ ਫਰਾਂਸ। ਸੋ ਇਹ ਇੱਕ ਅਲੱਗ ਚੀਜ਼ ਹੈ। 2 wickets are down. ਔਰ Chrystia Freeland and ਕ੍ਰਿਸਟੀਆ ਫਰੀਲੈਂਡ ਚਲੇ ਗਏ ਨੇ, ਅੱਜ ਸਟੀਫਨ ਗਿਬੋ ਚਲੇ ਗਏ ਨੇ, ਬਿਲ ਬਲੋਰ, ਜੋਨਾਥਨ ਵਿਲਕਨਸਨ, ਦੈਨ ਕ੍ਰਿਸਟੀਆ ਫਰੀਲੈਂਡ। ਔਰ ਮੈਂ ਇੱਕ ਨਾਮ ਆਪਣੇ ਵੱਲੋਂ ਜੋੜ ਦਿੱਤਾ ਹੈਗਾ, ਸਾਡੇ ਇਮੀਗ੍ਰੇਸ਼ਨ ਮਿਨਿਸਟਰ ਲੈਨਾ ਡਿਆਬ, ਜਿਹੜੇ ਨੇ ਬਿਲਕੁਲ ਉਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ। ਕਮੇਟੀ ਮੀਟਿੰਗਸ ਅਸੀਂ ਸੁਣਦੇ ਹਾਂ, ਉਹਨਾਂ ਨੂੰ ਕੁਛ ਨਹੀਂ ਪਤਾ ਇਮੀਗ੍ਰੇਸ਼ਨ ਦੇ ਬਾਰੇ। ਉਹਨਾਂ ਨੂੰ ਇਮੀਗ੍ਰੇਸ਼ਨ ਮਿਨਿਸਟਰ ਕਿਸ ਗੱਲ ਦਾ ਬਣਾਇਆ, ਮੇਰੀ ਸਮਝ ਤੋਂ ਬਾਹਰ ਹੈ। ਆਈ ਹੋਪ His style very candid about it, so ਬਸ ਇੰਨੇ I really like it. But before I let him go, quickly, Sab Griffin, ਹੁਣ ਤੁਸੀਂ ਆਰਮਸ ਦੀ ਗੱਲ ਕੀਤੀ, Sab Griffin ਜਾਂ F-35 for Canada? ਦੇਖੋ, ਲੇਟੈਸਟ ਪ੍ਰਾਈਮ ਮਿਨਿਸਟਰ ਜਾਂ ਸਾਡੇ ਡਿਫੈਂਸ ਮਿਨਿਸਟਰ ਡੇਵਿਡ ਮੈਕਗਿੰਟੀ ਹਜੇ ਕਿਸੇ ਦਾ ਨਾਮ ਨਹੀਂ ਲੈ ਰਿਹਾ। ਅਸੀਂ ਸੈਬ ਗ੍ਰਿਫਨ ਜਿਹੜੇ ਹੈਗੇ ਨੇ, ਇੱਕ ਤਾਂ ਉਹਨਾਂ ਦੇ ਬਾਰੇ ਕੁਐਸਚਨ ਹੈ ਕਿ ਬਹੁਤ ਪੁਰਾਣੀ ਹੈ ਉਹ ਟੈਕਨੋਲੋਜੀ, ਤੇ ਕੀ ਅੱਜ 4th generation ਹੈ? 4th ਜਨਰੇਸ਼ਨ ਆ, ਤੇ ਸਾਨੂੰ F-35 ਜਿਹੜਾ 5th ਜਨਰੇਸ਼ਨ ਹੈ, ਐਂਡ ਵੀ ਹੈਵ ਇਨਵੈਸਟਡ ਆਲਸੋ ਲੋਟ। ਮੈਂ ਨਹੀਂ ਕਹਿ ਰਿਹਾ ਕਿ ਉਹ ਲਓ, ਮੈਂ ਤਾਂ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਕੰਪੈਰੀਜ਼ਨ ਦੇ ਰਿਹਾ। ਤੋ F-35 ਜਿਹੜਾ ਹੈ ਜੀ, ਇਹਦੀ 5th ਜਨਰੇਸ਼ਨ ਹੈ, ਔਰ ਅਸੀਂ ਵੀ ਕਾਫੀ ਪੈਸਾ ਵੀ ਲਗਾਇਆ ਹੈਗਾ। ਲੇਕਿਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਅੱਜ ਕੱਲ੍ਹ ਜੋ ਸਟਾਈਲ ਹੋਇਆ, ਤੁਸੀਂ ਦੇਖਿਆ, ਤੁਸੀਂ G20 ਤੋਂ ਉਹਨਾਂ ਦਾ ਸਟਾਈਲ ਦੇਖਿਆ ਕਿ ਦ ਵਰਲਡ ਹੈਜ਼ ਮੂਵਡ ਬਿਯੋਂਡ US, ਦ ਪਾਵਰ ਆਫ ਗ੍ਰੈਵਿਟੀ ਹੈਜ਼ ਸ਼ਿਫਟਡ ਟੂ ਗਲੋਬਲ ਸਾਊਥ। ਔਰ ਜਦ ਉਹਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਹੈ ਕਿ US ਪ੍ਰੈਜ਼ੀਡੈਂਟ ਨਹੀਂ ਆਏ, ਤਾਂ ਉਹਨਾਂ ਕਹਿਤਾ ਹੂ ਕੇਅਰਸ, ਤੇ ਉਹ ਫਿਰ ਬਾਅਦ 'ਚ ਖੈਰ ਮਾਫੀ ਮੰਗ ਲਈ। ਤੇ ਇਹੀ ਤਰੀਕਾ ਉਹਨਾਂ ਦਾ ਇੱਥੇ ਵੀ ਹੈ ਕਿ F-35 ਉਹ ਕਹਿ ਰਹੇ ਰਿਵਿਊ ਕਰ ਰਹੇ ਆ। ਉਹ ਪ੍ਰੈਸ਼ਰ ਪਾ ਰਹੇ ਨੇ US ਦੇ ਉੱਤੇ ਕਿ ਤੁਹਾਡੇ ਕੋਲੋਂ F-35 ਤੁਹਾਨੂੰ ਪਤਾ 88 ਦੀ ਡੀਲ ਹੈ। ਹੁਣ ਕੀ ਅਸੀਂ 1 ਦਰਜਨ 12 ਲੈ ਕੇ 16 ਲੈ ਕੇ 20 ਲੈ ਕੇ ਡੀਲ ਪਿੱਛੇ ਕਰ ਦਿਆਂਗੇ, ਔਰ US ਪ੍ਰੈਜ਼ੀਡੈਂਟ To maintain 2 fleets. ਹਾਂ, ਔਰ ਕਿਆ ਅਸੀਂ ਸੈਬ ਗ੍ਰਿਫਨ ਲੈ ਕੇ ਆਵਾਂਗੇ? ਸੋ ਉਹ ਸਵੀਡਨ ਨਾਲ ਵੀ ਗੱਲ ਕਰ ਰਹੇ ਨੇ, ਔਰ ਇੱਧਰੋਂ US ਨਾਲ ਵੀ ਗੱਲ ਕਰ ਰਹੇ ਨੇ। ਮੇਰੇ ਖਿਆਲ ਦੇ ਨਾਲ ਅਸੀਂ ਖਰੀਦਣੇ ਤਾਂ ਹੈ ਹੀ ਹੈ ਜਹਾਜ਼, ਸਾਡੇ ਫਲੀਟਸ ਪੁਰਾਣੀਆਂ ਹੋ ਰਹੀਆਂ ਨੇ, ਬਟ ਅਸੀਂ ਦੋਨਾਂ ਦੇ ਉੱਤੇ ਪ੍ਰੈਸ਼ਰ ਰੱਖਿਆ ਹੋਇਆ ਇਸ ਵੇਲੇ, ਸਵੀਡਨ ਦੇ ਉੱਤੇ ਵੀ। ਔਰ ਇੱਧਰ F-35 ਬਾਰੇ ਮੈਂ ਇੰਨੀ ਗੱਲ ਕਹਿ ਦੇਵਾਂ ਕਿ ਇੰਡੀਆ ਦੇ ਵਿੱਚ ਬ੍ਰਿਟਿਸ਼ ਜਿਹੜਾ F-35 ਆਇਆ ਸੀ, ਉਹ ਟੈਕਨੀਕਲ ਇਸ਼ੂਜ਼ ਹੋ ਗਏ ਸੀ, ਔਰ ਕਿੰਨੀ ਦੇਰ ਉੱਥੇ ਖੜਾ ਰਿਹਾ, ਜਿਹਦੇ ਤੇ ਬੜੇ ਸਾਰੇ ਇਸ਼ੂਜ਼ ਵੀ ਹੋਏ। ਠੀਕ ਹੈ ਜੀ।